ਸਤਨਾਮ ਵਾਹਿਗੁਰੂ ਸਾਹਿਬ ਜੀ। ਚੰਨਣ ਜਿਉ ਵਣ ਖੰਡ ਵਿੱਚ ਓਹ ਆਪ ਲੁਕਾਏ। ਪਾਰਸ ਅੰਦਰ ਪਰਬਤਾਂ ਹੋਏ ਗੁਪਤ ਵਲਾਏ। ਸਤ ਸਮੁੰਦੀ ਮਾਨਸਰ ਨਹਿ ਅਲਖ ਲਖਾਏ। ਜਿਉ ਪਰਛਿੰਨਾ ਪਾਰ ਜਾਤ ਨਹਿ ਪ੍ਰਗਟੀ ਆਏ। ਜਿਉ ਜਗ ਅੰਦਰ ਕਾਮ ਧੇਨ ਨਹਿ ਆਪ ਜਣਾਏ। ਸਤਿਗੁਰ ਦਾ ਉਪਦੇਸ ਲੈ ਕਿਉ ਆਪ ਗਣਾਏ। ਸਤਿਗੁਰ ਦਾ ਉਪਦੇਸ ਲੈ ਕਿਉ ਆਪ ਗਣਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਸਰਵਣ ਕਰੀਏ। 9ਵੀਂ ਵਾਰ ਦੇ ਵਿੱਚੋਂ 15ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ 15ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਇਹ ਦੱਸਦੇ ਹੈ ਕਿ ਜਿਹੜਾ ਗੁਰਮੁਖ ਪਿਆਰਾ ਗੁਰੂ ਦਾ ਸਿੱਖ ਹੈ, ਜਿਹਨੇ ਗੁਰੂ ਤੋਂ ਉਪਦੇਸ਼ ਲਿਆ, ਸਤਿਗੁਰੂ ਦੀ ਸਿੱਖਿਆ ਮੁਤਾਬਕ ਚੱਲਿਆ, ਉਹ ਕਦੇ ਵੀ ਆਪਾ ਨਹੀਂ ਜਣਾਉਂਦਾ। ਉਹ ਪਖੰਡ ਨਹੀਂ ਕਰਦਾ। ਉਹ ਗੁਰੂ ਕਾ ਸਿੱਖ ਵਿਖਾਵਾ ਨਹੀਂ ਕਰਦਾ। ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਹੈ ਜਿਹੜੇ ਧਰਮੀ ਹੋਣ ਦਾ ਵਿਖਾਵਾ ਕਰਦੇ ਹੈ, ਪਰ ਧਰਮ ਦੀ ਕਮਾਈ ਨਹੀਂ ਕਰਦੇ। ਪਹਿਰਾਵਾ ਵੀ ਉਹਨਾਂ ਦਾ ਧਰਮੀਆਂ ਵਾਲਾ ਹੁੰਦਾ ਹੈ, ਵੇਖਣ ਨੂੰ ਵੀ ਧਰਮੀ ਲੱਗਦੇ ਹੈ, ਪਰ ਧਰਮ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੁੰਦਾ। ਸੋ ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਵਿਖਾਵਾ ਨਹੀਂ ਕਰਦਾ, ਆਪਾ ਜਣਾਉਂਦਾ ਨਹੀਂ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਉਦਾਹਰਣਾਂ ਦੇ ਕੇ ਇਸ ਪੌੜੀ ਦੇ ਅੰਦਰ ਸਾਨੂੰ ਸਮਝਾਇਆ ਕਿ ਕਿਵੇਂ ਸਿੱਖ ਵਿਖਾਵਾ ਨਹੀਂ ਕਰਦਾ, ਜਣਾਉਂਦਾ ਨਹੀਂ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ
ਚੰਨਣ ਜਿਉ ਵਣ ਖੰਡ ਵਿੱਚ ਉਹ ਆਪ ਲੁਕਾਏ। ਪਹਿਲੀ ਉਦਾਹਰਣ ਭਾਈ ਗੁਰਦਾਸ ਜੀ ਦਿੰਦੇ ਹੈ। ਕਹਿੰਦੇ ਜਿਵੇਂ ਵਣ ਖੰਡ, ਵਣ ਦੇ ਵਿੱਚ, ਵਣ ਜੰਗਲ ਦਾ ਟੁਕੜਾ, ਭਾਵ ਜਿਵੇਂ ਜੰਗਲ ਦੇ ਵਿੱਚ ਚੰਦਨ ਦਾ ਰੁੱਖ ਹੁੰਦਾ ਹੈ, ਉਹ ਆਪ ਲੁਕਾਏ। ਉਹ ਆਪਣਾ ਆਪ ਲੁਕੋ ਕੇ ਰੱਖਦਾ ਹੈ। ਹਰ ਬੰਦੇ ਨੂੰ ਚੰਦਨ ਦੀ ਪਰਖ ਵੀ ਨਹੀਂ ਹੁੰਦੀ। ਉਹ ਆਪਣੇ ਗੁਣ ਕਰਕੇ ਪ੍ਰਸਿੱਧ ਹੈ, ਅਤੇ ਪਰਖ ਕਰਨ ਵਾਲੇ ਹੀ ਚੰਦਨ ਦੀ ਪਰਖ ਕਰਦੇ ਹੈ ਵੀ ਇਹ ਚੰਦਨ ਦਾ ਰੁੱਖ ਹੈ। ਜੰਗਲ ਦੇ ਵਿੱਚ ਹੋਰ ਵੀ ਬਹੁਤ ਸਾਰੇ ਰੁੱਖ ਹੁੰਦੇ ਹੈ, ਪਰ ਸਭ ਤੋਂ ਵਧੇਰੇ ਗੁਣ ਵਾਲਾ ਚੰਦਨ ਹੈ। ਪਰ ਉਹ ਆਪਾ ਨਹੀਂ ਜਣਾਉਂਦਾ। ਜੰਗਲ ਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਜਿਵੇਂ ਚੰਦਨ ਦਾ ਰੁੱਖ ਹੁੰਦਾ ਹੈ, ਪਰ ਉਹ ਆਪਣਾ ਆਪ ਲੁਕੋ ਕੇ ਰੱਖਦਾ ਹੈ। ਪਾਰਸ ਅੰਦਰ ਪਰਬਤਾਂ ਹੋਏ ਗੁਪਤ ਵਲਾਏ। ਇਸ ਪੌੜੀ 'ਚ ਦੂਜੀ ਉਦਾਹਰਣ ਦਿੰਦੇ ਹੈ। ਕਹਿੰਦੇ ਜਿਹੜੀ ਪਾਰਸ ਦੀ ਵੱਟੀ ਹੁੰਦੀ ਹੈ ਨਾ, ਉਹ ਪਰਬਤਾਂ ਦੇ ਵਿੱਚ, ਪਹਾੜਾਂ ਦੇ ਵਿੱਚ ਹੁੰਦੀ ਹੈ। ਇੱਕ ਪੱਥਰ ਹੀ ਹੁੰਦਾ ਹੈ, ਛੋਟੀ ਵੱਟੀ ਹੁੰਦੀ ਪਾਰਸ ਦੀ। ਪਾਰਸ ਕਹਿੰਦੇ ਪਹਾੜਾਂ ਦੇ ਵਿੱਚ ਹੈ, ਹੋਏ ਗੁਪਤ ਵਲਾਏ। ਉਹ ਗੁਪਤ ਹੋ ਕੇ ਰਹਿੰਦਾ ਹੈ। ਪਾਰਸ ਰੌਲਾ ਨਹੀਂ ਪਾਉਂਦਾ ਮੈਂ ਪਾਰਸ ਹਾਂ, ਉਹਦੇ ਵਿੱਚ ਗੁਣ ਹੈ। ਉਹ ਕਈ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ। ਲੋਹੇ ਨਾਲ, ਪਿੱਤਲ ਨਾਲ, ਚਾਂਦੀ, ਜਿਸ ਦੇ ਨਾਲ ਛੂਹ ਜਾਵੇ ਪਾਰਸ, ਉਹਨੂੰ ਸੋਨਾ ਬਣਾ ਦਿੰਦਾ ਹੈ। ਮਿਲਦਾ ਪਹਾੜਾਂ ਦੇ ਵਿੱਚੋਂ ਹੈ, ਪਰ ਉੱਥੇ ਪਹਾੜਾਂ ਦੇ ਵਿੱਚ ਹੋਏ ਗੁਪਤ ਵਲਾਏ, ਉਹ ਗੁਪਤ ਹੋ ਕੇ ਰਹਿਣਾ ਕਰਦਾ ਹੈ। ਸਤ ਸਮੁੰਦੀ ਮਾਨਸਰ ਨਹਿ ਅਲਖ ਲਖਾਏ। ਹੁਣ ਤੀਜੀ ਉਦਾਹਰਣ ਭਾਈ ਗੁਰਦਾਸ ਜੀ ਦਿੰਦੇ ਹੈ। ਕਹਿੰਦੇ ਵੀ ਸੱਤਾਂ ਸਮੁੰਦਰਾਂ ਦੇ ਵਿੱਚੋਂ ਜਿਹੜਾ ਮਾਨਸਰ ਹੈ, ਉਹ ਅਲਖ ਹੈ, ਆਪਣਾ ਆਪ ਜਣਾਉਂਦਾ ਨਹੀਂ। ਹੰਕਾਰ ਨਹੀਂ ਕਰਦਾ ਮਾਨ ਸਰੋਵਰ। ਮੇਰੇ ਵਰਗਾ ਕੋਈ ਦੁਨੀਆ 'ਤੇ ਸਰੋਵਰ ਨਹੀਂ। ਮੇਰੇ ਵਿੱਚ ਹੀਰੇ ਮੋਤੀ ਨੇ, ਮੇਰੇ ਕੋਲ ਹੰਸ ਆਉਂਦੇ ਹੈ। ਇਹਨਾਂ ਗੱਲਾਂ ਦਾ ਬਿਲਕੁਲ ਹੰਕਾਰ ਨਹੀਂ ਕਰਦਾ। ਸੱਤਾਂ ਸਮੁੰਦਰਾਂ ਦੇ ਵਿੱਚੋਂ ਮਾਨ ਸਰੋਵਰ ਆਪਣਾ ਆਪ ਜਣਾਉਂਦਾ ਨਹੀਂ, ਸੋ ਅਲੱਖ ਹੋ ਕੇ ਹੀ ਰਹਿੰਦਾ ਹੈ, ਹੋਰਾਂ ਨੂੰ ਨਹੀਂ ਜਣਾਉਂਦਾ। ਜਿਉ ਪਰਛਿੰਨਾ ਪਾਰ ਜਾਤ ਨਹਿ ਪ੍ਰਗਟੀ ਆਏ। ਚੌਥੀ ਉਦਾਹਰਣ ਭਾਈ ਗੁਰਦਾਸ ਜੀ ਦਿੰਦੇ ਹੈ। ਕਹਿੰਦੇ ਜਿਹੜਾ ਪਾਰ ਜਾਤ ਹੈ, ਕਲਪ ਬ੍ਰਿਸ਼, ਜਿਵੇਂ ਉਹ ਪਰਛਿੰਨਾ ਗੁਪਤ ਰੂਪ ਹੋ ਕੇ ਰਹਿੰਦਾ ਹੈ, ਨਹਿ ਪ੍ਰਗਟੀ ਆਏ, ਪ੍ਰਗਟ ਨਹੀਂ ਹੁੰਦਾ। ਪਾਰ ਜਾਤ ਲੱਭੋਗੇ ਕਿਤੇ ਲੱਭਣਾ ਨਹੀਂ, ਉਹ ਗੁਪਤ ਹੋ ਕੇ ਰਹਿੰਦਾ ਹੈ। ਔਰ ਉਹਦੇ ਵਿੱਚ ਵੀ ਕਹਿੰਦੇ ਇਹ ਗੁਣ ਹੈ। ਜਿਹੜਾ ਪਾਰ ਜਾਤ ਰੁੱਖ ਦੇ ਹੇਠਾਂ ਬਹਿ ਕੇ, ਕਲਪ ਬ੍ਰਿਸ਼ ਦੇ ਹੇਠਾਂ ਬਹਿ ਕੇ ਕੋਈ ਮਨ ਦੀ ਕਾਮਨਾ ਕਰਦਾ ਹੈ, ਉਹਦੀ ਕਾਮਨਾ ਪੂਰੀ ਹੋ ਜਾਂਦੀ ਹੈ। ਜੋ ਵਸਤੂ ਦੀ ਮੰਗ ਕਰਦਾ ਹੈ, ਉਹ ਵਸਤੂ ਹਾਜ਼ਰ ਹੋ ਜਾਂਦੀ ਹੈ। ਪਰ ਹੈ ਉਹ ਗੁਪਤ, ਪ੍ਰਗਟ ਨਹੀਂ ਹੁੰਦਾ। ਜਿਉ ਜਗ ਅੰਦਰ ਕਾਮ ਧੇਨ ਨਹਿ ਆਪ ਜਣਾਏ। ਹੁਣ ਪੰਜਵੀਂ ਉਦਾਹਰਣ ਭਾਈ ਗੁਰਦਾਸ ਜੀ ਨੇ ਦਿੱਤੀ ਹੈ। ਕਹਿੰਦੇ ਜਿਵੇਂ ਸੰਸਾਰ ਦੇ ਵਿੱਚ ਕਾਮ ਧੇਨ ਗਊ ਹੈ, ਨਹਿ ਆਪ ਜਣਾਏ, ਉਹ ਆਪਣਾ ਆਪ ਨਹੀਂ ਜਣਾਉਂਦੀ।
ਭਾਈ ਗੁਰਦਾਸ ਜੀ ਨੇ ਇਹ ਉਦਾਹਰਣਾਂ ਦਿੱਤੀਆਂ ਨੇ, 5 ਉਦਾਹਰਣਾਂ। ਜੰਗਲ ਦੇ ਵਿੱਚ ਚੰਦਨ ਉਹ ਆਪਣਾ ਆਪ ਲੁਕੋ ਕੇ ਰਹਿੰਦਾ ਹੈ। ਪਹਾੜਾਂ ਦੇ ਵਿੱਚ ਪਾਰਸ ਦੀ ਵੱਟੀ ਉਹ ਵੀ ਗੁਪਤ ਹੋ ਕੇ ਰਹਿੰਦੀ ਹੈ। 7 ਸਮੁੰਦਰਾਂ ਦੇ ਵਿੱਚੋਂ ਮਾਨਸਰ ਉਹ ਵੀ ਆਪਣਾ ਆਪ ਨਹੀਂ ਜਣਾਉਂਦਾ। ਕਲਪ ਬ੍ਰਿਸ਼ ਉਹ ਗੁਪਤ ਹੋ ਕੇ ਰਹਿੰਦਾ, ਪ੍ਰਗਟ ਨਹੀਂ ਹੁੰਦਾ। ਅਤੇ ਇਸੇ ਤਰ੍ਹਾਂ ਜਿਹੜੀ ਕਾਮਧੇਨ ਗਊ ਹੈ ਉਹ ਵੀ ਆਪਣਾ ਆਪ ਨਹੀਂ ਜਣਾਉਂਦੀ। ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਦਾ ਉਪਦੇਸ਼ ਲੈ ਕਿਉਂ ਆਪ ਗਣਾਏ। ਇਸੇ ਤਰ੍ਹਾਂ ਸਤਿਗੁਰੂ ਦਾ ਉਪਦੇਸ਼ ਲੈ ਕੇ, ਸਤਿਗੁਰੂ ਦੀ ਸਿੱਖਿਆ ਲੈ ਕੇ ਅਤੇ ਗੁਰਸਿੱਖ ਆਪਣਾ ਆਪ ਕਿਉਂ ਜਣਾਵੇ। ਉਹ ਆਪਣਾ ਆਪ ਜਣਾਉਂਦਾ ਨਹੀਂ ਹੈ। ਗੁਰੂ ਕਾ ਪਿਆਰਾ ਸਿੱਖ ਉਹ ਨਾਮ ਜਪਦਾ ਹੋਇਆ, ਬੰਦਗੀ ਕਰਦਾ ਹੋਇਆ ਆਪਣਾ ਜੀਵਨ ਗੁਜ਼ਾਰਦਾ ਹੈ। ਉਹ ਰੌਲਾ ਨਹੀਂ ਪਾਉਂਦਾ, ਵਿਖਾਵਾ ਨਹੀਂ ਕਰਦਾ। ਉਹ ਵਿਖਾਵੇ ਦਾ ਸਿੱਖ ਨਹੀਂ ਬਣਦਾ। ਉਹ ਤਾਂ ਸਤਿਗੁਰੂ ਦੀ ਸਿੱਖਿਆ ਨੂੰ ਧਾਰ ਕੇ ਜੀਵਨ ਦੇ ਵਿੱਚ ਕਮਾਈ ਕਰਦਾ ਹੈ। ਸੋ ਗੁਰਸਿੱਖ ਸਾਧਨਾ ਸਾਧ ਕੇ ਆਪਣੀ ਸਾਧਨਾ ਕਿਸੇ ਨੂੰ ਵੀ ਜਣਾਉਂਦਾ ਨਹੀਂ ਹੈ। ਸੋ ਜਿਵੇਂ ਇਹ ਉੱਤੇ ਉਦਾਹਰਣਾਂ ਦਿੱਤੀਆਂ ਨੇ ਭਾਈ ਗੁਰਦਾਸ ਜੀ ਨੇ ਵੀ ਇਹ ਆਪਣਾ ਆਪ ਨਹੀਂ ਜਣਾਉਂਦੇ, ਇਸੇ ਤਰ੍ਹਾਂ ਸਿੱਖ ਆਪਣਾ ਆਪ ਨਹੀਂ ਜਣਾਉਂਦਾ, ਉਹ ਦਿਖਾਵਾ ਬਿਲਕੁਲ ਨਹੀਂ ਕਰਦਾ। ਅਤੇ ਗੁਰੂ ਨੇ ਵੀ ਦਿਖਾਵਾ ਕਰਨ ਤੋਂ ਮਨਾਹੀ ਕੀਤੀ ਹੈ ਵੀ ਸਿੱਖ ਨੇ ਦਿਖਾਵਾ ਨਹੀਂ ਕਰਨਾ, ਸਾਧਨਾ ਬੰਦਗੀ ਕਰੇ। ਖਾਲਸਾ ਜੀ ਜਿਹੜਾ ਸਿਦਕੀ ਸਿੱਖ ਹੈ ਨਾ, ਉਹ ਅਤਰ ਕਸਤੂਰੀ ਵਾਂਗ ਆਪੇ ਹੀ ਮਹਿਕ ਪੈਂਦਾ ਹੈ। ਕਸਤੂਰੀ ਨੂੰ, ਅਤਰ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਮੈਂ ਕਸਤੂਰੀ ਹਾਂ, ਅਤਰ ਹਾਂ। ਕੋਲ ਜਾਓ ਆਪੇ ਹੀ ਸੁਗੰਧੀ ਆ ਜਾਂਦੀ ਹੈ, ਮਹਿਕ ਆ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਸਿੱਖ ਹੈ ਉਹ ਜਣਾਉਂਦਾ ਨਹੀਂ ਆਪਣਾ ਆਪ, ਪਰ ਉਹਦੇ ਕੋਲ ਜਾਇਆ, ਉਹਦੀ ਸੰਗਤ ਕੀਤਿਆਂ ਹੋਇਆਂ ਆਪੇ ਹੀ ਪਤਾ ਲੱਗ ਜਾਂਦਾ ਹੈ ਇਹ ਗੁਰੂ ਕਾ ਪਿਆਰਾ ਸਿੱਖ ਹੈ। ਉਹਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ, ਕਿਉਂਕਿ ਗੁਣਾਂ ਦੇ ਨਾਲ ਭਰਿਆ ਹੋਇਆ ਹੈ। ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਭਰਿਆ ਹੋਏ ਸੋ ਕਬਹੁ ਨਾ ਡੋਲੇ। ਖਾਲੀ ਕੜਾਈ ਆਵਾਜ਼ ਕਰਦਾ ਹੈ, ਭਰਿਆ ਡੋਲਦਾ ਨਹੀਂ, ਬੋਲਦਾ ਨਹੀਂ। ਸੋ ਇਸ ਲਈ ਸਿੱਖ ਜਿਹੜਾ ਹੈ ਉਹ ਗੁਣਾਂ ਦੇ ਨਾਲ ਭਰਿਆ ਹੋਇਆ ਹੈ। ਉਹਦੇ ਕੋਲ ਜਾਇਆ, ਉਹਦੀ ਸੰਗਤ ਕੀਤਿਆਂ ਭਗਤੀ ਦੀ ਸੁਗੰਧੀ ਆਉਂਦੀ ਹੈ। ਸੋ ਆਪਣੇ ਆਪ ਹੀ ਪਤਾ ਲੱਗ ਜਾਂਦਾ, ਪਰ ਉਹ ਆਪ ਜਣਾਉਂਦਾ ਨਹੀਂ ਹੈ। ਹੁਣ ਇਸ ਤੋਂ ਅੱਗੇ 16ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰੂ ਦੀ ਅਤੇ ਚੇਲੇ ਦੀ ਜੋ ਅਭੇਦਤਾ ਹੈ, ਗੁਰੂ ਅਤੇ ਚੇਲਾ ਜਿਵੇਂ ਇੱਕ ਮਿੱਕ ਹੋਏ ਹੈ, ਆਪਸ ਵਿੱਚ ਮਿਲੇ ਹੋਏ ਹੈ, ਉਹਦਾ ਜ਼ਿਕਰ ਕਰਦੇ ਹੈ। ਦੋਏ ਦੋਏ ਅੱਖੀਂ ਆਖੀਆਂ ਇੱਕ ਦਰਸ਼ਨ ਦਿਸੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਰੇਕ ਦੀਆਂ 2-2 ਅੱਖਾਂ ਕਹੀਆਂ ਜਾਂਦੀਆਂ ਹਨ। ਰੱਬ ਨੇ ਸਾਨੂੰ 2 ਅੱਖਾਂ ਦਿੱਤੀਆਂ ਨੇ। ਪੰਛੀ ਨੇ 2 ਅੱਖਾਂ ਹਨ, ਪਸ਼ੂ ਉਹਨਾਂ ਦੀਆਂ ਵੀ 2 ਅੱਖਾਂ ਹਨ। ਪਾਣੀ ਦੇ ਅਨੇਕਾਂ ਜੀਵ ਨੇ, ਮੱਛੀ ਹੈ ਉਹਦੀਆਂ ਵੀ 2 ਅੱਖਾਂ ਹਨ। ਕਿਰਲੀ ਵੇਖੋ 2 ਅੱਖਾਂ ਹਨ। ਸੋ ਦੋਏ ਦੋਏ ਅੱਖੀਂ ਆਖੀਆਂ। ਭਾਈ ਸਾਹਿਬ ਜੀ ਕਹਿੰਦੇ ਜੀਵਾਂ ਦੀਆਂ 2-2 ਅੱਖਾਂ ਕਹੀਆਂ ਜਾਂਦੀਆਂ ਹਨ, ਇੱਕ ਦਰਸ਼ਨ ਦਿਸੈ। ਪਰ ਦੋਹਾਂ ਅੱਖਾਂ ਦੇ ਨਾਲ ਇੱਕ ਦਰਸ਼ਨ ਦੇਖਿਆ ਜਾਂਦਾ ਹੈ, ਇੱਕ ਪਾਸੇ ਵੇਖਿਆ ਜਾਂਦਾ ਹੈ। ਅੱਖਾਂ 2 ਹਨ ਅਤੇ ਦੇਖਦੀਆਂ ਇੱਕ ਪਾਸੇ ਹੈ, ਇੱਕ ਚੀਜ਼ ਨੂੰ ਦੇਖਦੀਆਂ ਹਨ। ਇਹ ਨਹੀਂ ਹੈ ਵੀ ਆਪਾਂ ਜਦੋਂ ਵੇਖਦੇ ਹਾਂ ਵੀ ਇੱਕ ਅੱਖ ਇੱਧਰਲਾ ਦ੍ਰਿਸ਼ ਦੇਖ ਰਹੀ ਹੈ ਅਤੇ ਦੂਜੀ ਇੱਧਰਲਾ ਦ੍ਰਿਸ਼ ਦੇਖ ਰਹੀ ਹੈ, ਨਹੀਂ।
ਅੱਖਾਂ ਦੋ ਦੋ ਹਨ ਸਾਰਿਆਂ ਦੀਆਂ, ਪਰ ਦੇਖਦੀਆਂ ਇੱਕੋ ਹੀ ਚੀਜ਼, ਇੱਕੇ ਪਾਸੇ ਵੇਖਦੀਆਂ, ਇੱਕ ਦਰਸ਼ਨ ਦੇਖਦੀਆਂ ਹਨ। ਦੋਏ ਦੋਏ ਕੰਨ ਵਖਾਣੀਆਂ, ਇੱਕ ਸੁਰਤ ਸਲਿਸੈ। ਦੋ ਦੋ ਕੰਨ ਸਾਰਿਆਂ ਦੇ ਕਹੇ ਜਾਂਦੇ ਹੈ। ਪਰਮਾਤਮਾ ਨੇ ਸਾਨੂੰ ਦੋ ਕੰਨ ਦਿੱਤੇ ਹੈ, ਦੋ ਅੱਖਾਂ ਦਿੱਤੀਆਂ, ਮੂੰਹ ਇੱਕ ਦਿੱਤਾ ਹੈ, ਜ਼ੁਬਾਨ ਇੱਕ ਦਿੱਤੀ ਹੈ, ਦੋ ਨਹੀਂ। ਦੋਵੇਂ ਅੱਖਾਂ ਚੰਗੀ ਤਰ੍ਹਾਂ ਪਹਿਲਾਂ ਵੇਖੋ। ਦੋ ਕੰਨ ਦਿੱਤੇ ਹੈ, ਧਿਆਨ ਦੇ ਨਾਲ ਚੰਗੀ ਤਰ੍ਹਾਂ ਗੱਲ ਸੁਣੋ। ਜ਼ੁਬਾਨ ਇੱਕ ਦਿੱਤੀ ਹੈ, ਫਿਰ ਬੋਲੋ। ਕਿਉਂਕਿ ਜਦੋਂ ਅਸੀਂ ਚੰਗੀ ਤਰ੍ਹਾਂ ਵੇਖਦੇ ਨਹੀਂ, ਕੋਈ ਗੱਲ ਚੰਗੀ ਤਰ੍ਹਾਂ ਸੁਣਦੇ ਨਹੀਂ, ਬੋਲ ਪਹਿਲੋਂ ਹੀ ਮੂੰਹ ਤੋਂ ਕੱਢ ਦਿੰਦੇ ਹਾਂ, ਉੱਥੇ ਫਿਰ ਵਿਗਾੜ ਪੈ ਜਾਂਦਾ ਹੈ। ਸੋ ਭਾਈ ਗੁਰਦਾਸ ਜੀ ਗੁਰੂ ਚੇਲੇ ਦੀ ਅਭੇਦਤਾ ਦੱਸਦੇ ਆ ਕਿ ਗੁਰੂ ਚੇਲਾ ਕਿਵੇਂ ਇੱਕੋ ਜਿਹੇ ਹਨ। ਅੱਖਾਂ ਦੋ, ਨਜ਼ਰ ਇੱਕ ਹੈ, ਇੱਕ ਪਾਸੇ ਵੇਖਦੀਆਂ ਨੇ। ਦੋਏ ਦੋਏ ਕੰਨ ਵਖਾਣੀਆਂ, ਕੰਨ ਹਰੇਕ ਦੇ ਦੋ ਦੋ ਕਹੇ ਜਾਂਦੇ ਹੈ। ਇੱਕ ਸੁਰਤ ਸਲਿਸੈ, ਪਰ ਸ਼ਬਦ ਨੂੰ, ਆਵਾਜ਼ ਇੱਕ ਹੀ ਸੁਣਦੇ ਹੈ। ਦੋਵੇਂ ਕੰਨ ਇੱਕੋ ਹੀ ਆਵਾਜ਼ ਸੁਣਦੇ ਹੈ, ਇੱਕ ਪਾਸੇ ਧਿਆਨ ਲੱਗੇਗਾ। ਇਹ ਨਹੀਂ ਕਿ ਇੱਕ ਕੰਨ ਕੋਈ ਹੋਰ ਆਵਾਜ਼ ਸੁਣ ਰਿਹਾ, ਦੂਜਾ ਕੰਨ ਕੋਈ ਹੋਰ। ਜੇਕਰ ਦੋ ਆਵਾਜ਼ਾਂ ਇਕੱਠੀਆਂ ਆਉਂਦੀਆਂ ਨੇ, ਕੰਨ ਉਹ ਸੁਣਨਗੇ, ਪਰ ਇਹ ਨਹੀਂ ਕਹਿ ਸਕਦੇ ਵੀ ਸੱਜਾ ਕੰਨ ਜਿਹੜਾ ਹੈ ਇਹ ਕਿਸੇ ਹੋਰ ਦੀ ਗੱਲ ਸੁਣ ਰਿਹਾ, ਖੱਬਾ ਕਿਸੇ ਹੋਰ ਦੀ ਗੱਲ ਸੁਣ ਰਿਹਾ। ਨਹੀਂ, ਕੰਨ ਦੋ ਹਨ, ਆਵਾਜ਼ ਇੱਕੋ ਹੀ ਸੁਣਦੇ ਆ ਦੋਵੇਂ। ਦੋਏ ਦੋਏ ਨਦੀ ਕਿਨਾਰਿਆਂ, ਪਾਰਾਵਾਰ ਨਾ ਤਿਸੈ। ਨਦੀਆਂ ਦੇ ਕਿਨਾਰੇ ਦੋ ਦੋ ਹੁੰਦੇ ਹੈ, ਇੱਕ ਉਰਲਾ ਕਿਨਾਰਾ, ਇੱਕ ਪਰਲਾ ਕਿਨਾਰਾ। ਪਰ ਉਹ ਜਿਹੜੇ ਕਿਨਾਰੇ ਨੇ ਉਹ ਨਦੀ ਦਾ ਪਾਰਾਵਾਰ ਨਹੀਂ ਪਾਉਂਦੇ। ਉਹਨਾਂ ਦੋਹਾਂ ਕਿਨਾਰਿਆਂ ਦੇ ਵਿੱਚ ਨਦੀ ਵਗਦੀ ਹੈ। ਕਿਨਾਰੇ ਦੋ ਹਨ, ਨਦੀ ਇੱਕ ਹੈ। ਇੱਕ ਜੋਤ ਦੋਏ ਮੂਰਤੀ, ਇੱਕ ਸ਼ਬਦ ਸਰਿਸੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਜੋਤ ਇੱਕ ਹੈ ਤੇ ਮੂਰਤ ਜਿਹੜੇ ਸਵਰੂਪ ਹਨ ਉਹ ਦੋ ਹਨ। ਇੱਕ ਗੁਰੂ ਤੇ ਇੱਕ ਚੇਲਾ। ਇੱਕ ਗੁਰੂ ਦਾ ਸਰੀਰ, ਇੱਕ ਚੇਲੇ ਦਾ ਸਰੀਰ, ਦੋ ਹਨ, ਪਰ ਜੋਤ ਇੱਕੋ ਹੀ ਹੈ। ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਜੋਤ ਓਹਾ ਜੋਤ ਸਾਏ ਸਹਿ ਕਾਇਆ ਫੇਰ ਪਲਟੀਏ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਜੋਤ ਇੱਕ ਹੀ ਹੈ। ਗੁਰੂ ਤੇ ਚੇਲਾ ਉਹ ਇੱਕ ਰੂਪ ਹਨ, ਇੱਕ ਸ਼ਬਦ ਸਰਿਸੈ, ਤੇ ਇੱਕੋ ਜਿਹਾ ਹੀ ਸ਼ਬਦ ਹੈ ਉਹਨਾਂ ਦਾ, ਇੱਕੋ ਸਾਰਖਾ। ਸਰਿਸੈ ਤੋਂ ਭਾਵ ਇੱਕੋ ਜਿਹਾ। ਗੁਰੂ ਦਾ ਸ਼ਬਦ ਜੋ ਗੁਰੂ ਦੇ ਹਿਰਦੇ ਵਿੱਚ ਹੈ, ਉਹੀ ਸ਼ਬਦ, ਉਹੀ ਸਿੱਖਿਆ ਚੇਲੇ ਦੇ ਹਿਰਦੇ ਦੇ ਵਿੱਚ ਵਸੀ ਹੋਈ ਹੈ। ਗੁਰ ਚੇਲਾ, ਚੇਲਾ ਗੁਰੂ, ਸਮਝਾਏ ਕਿਸੈ। ਗੁਰੂ ਚੇਲਾ ਹੈ ਤੇ ਚੇਲਾ ਗੁਰੂ ਹੈ, ਆਪਸ ਵਿੱਚ ਮਿਲੇ ਹੋਏ ਨੇ, ਇੱਕ ਮਿਕ ਹਨ। ਭਾਈ ਗੁਰਦਾਸ ਜੀ ਕਹਿੰਦੇ ਇਹ ਭੇਦ ਕਿਸ ਨੂੰ ਸਮਝਾਇਆ ਜਾਵੇ, ਕਿਹਨੂੰ ਦੱਸਿਆ ਜਾਵੇ ਕਿ ਗੁਰੂ ਚੇਲੇ ਵਿੱਚ ਫਰਕ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਤੇ ਭਾਈ ਲਹਿਣਾ ਇੱਕੋ ਹੀ ਹਨ। ਭਾਈ ਲਹਿਣਾ ਚੇਲਾ ਬਣੇ, ਪਹਿਲਾਂ ਸਿੱਖ ਬਣੇ, ਫਿਰ ਗੁਰੂ ਬਣੇ। ਗੁਰੂ ਵਿੱਚ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਵਿੱਚ ਕੋਈ ਫਰਕ ਹੀ ਨਹੀਂ ਹੈ, ਇੱਕ ਹੀ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਿਆਈ ਬਖਸ਼ ਦਿੱਤੀ, ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ। ਬਾਅਦ ਵਿੱਚ ਜੋਤੀ ਜੋਤ ਸਮਾਉਂਦੇ ਆ ਗੁਰੂ ਨਾਨਕ ਦੇਵ ਸਾਹਿਬ ਜੀ। ਹੁਣ ਗੁਰੂ ਦੋ ਨਹੀਂ ਨਾ ਹੁੰਦੇ, ਪਰ ਸਰੀਰ ਕਰਕੇ ਦੋਵੇਂ ਮੌਜੂਦ ਸਨ। ਗੁਰੂ ਨਾਨਕ ਦੇਵ ਜੀ ਵੀ ਤੇ ਭਾਈ ਲਹਿਣਾ ਵੀ। ਜੋਤ ਇੱਕੋ ਹੀ ਹੈ, ਸਰੀਰ ਭਾਵੇਂ ਦੋ ਹਨ। ਸੋ ਇਹ ਉਦਾਹਰਣਾਂ ਦੇ ਕੇ ਭਾਈ ਸਾਹਿਬ ਨੇ ਇਸ ਪੌੜੀ ਵਿੱਚ ਸਮਝਾਇਆ ਵੀ ਜਿਵੇਂ ਅੱਖਾਂ ਦੋ, ਨਜ਼ਰ ਇੱਕੋ ਹੀ ਹੈ,
ਇੱਕ ਹੀ ਵਸਤੂ ਨੂੰ ਵੇਖਦੀਆਂ, ਦੋਵੇਂ ਅੱਖਾਂ ਇੱਕ ਹੀ ਪਾਸੇ ਦੇਖਦੀਆਂ ਹਨ। ਕਲਗੀਧਰ ਮਹਾਰਾਜ ਜੀ ਨੇ ਜਦੋਂ ਪਟਨਾ ਸਾਹਿਬ ਦੀ ਧਰਤੀ 'ਤੇ ਰਾਣੀ ਮੈਣੀ ਨੇ ਉਹਦੇ ਮਨ ਦੀ ਭਾਵਨਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਵਰਗਾ ਲਾਲ ਮੇਰੀ ਗੋਦੀ ਵਿੱਚ ਹੋਵੇ, ਅਤੇ ਸਤਿਗੁਰੂ ਰਾਣੀ ਦੀ ਗੋਦ ਵਿੱਚ ਬੈਠ ਗਏ ਅਤੇ ਮਾਂ ਕਹਿ ਕੇ ਪੁਕਾਰਿਆ। ਰਾਣੀ ਬਹੁਤ ਪ੍ਰਸੰਨ ਹੋਈ। ਛੋਲੇ ਸਨ ਉਦੋਂ ਉਬਾਲੇ ਹੋਏ, ਸਤਿਗੁਰੂ ਨੂੰ ਹੋਰ ਜਿਹੜੇ ਮਹਾਰਾਜ ਦੇ ਨਾਲ ਹਾਣੀ ਬੱਚੇ ਖੇਡਦੇ ਸੀ ਉਹਨਾਂ ਨੂੰ ਖਾਣ ਨੂੰ ਦਿੱਤੇ। ਅੱਜ ਵੀ ਤੁਸੀਂ ਪਟਨਾ ਸਾਹਿਬ ਜਾਂਦੇ ਹੋ, ਇਸ ਅਸਥਾਨ 'ਤੇ ਗੁਰਦੁਆਰਾ ਮੈਣੀ ਸਾਹਿਬ, ਉੱਥੇ ਛੋਲਿਆਂ ਦਾ ਪ੍ਰਸ਼ਾਦ ਮਿਲਦਾ ਹੈ। ਸਤਿਗੁਰੂ ਕਲਗੀਧਰ ਮਹਾਰਾਜ ਜੀ ਜਿਵੇਂ ਖੇਡਦੇ ਹੋਏ ਰਾਣੀ ਦੀ ਗੋਦ ਵਿੱਚ ਬੈਠੇ ਬਚਨ ਕਹੇ, ਸਾਰਾ ਉਹ ਇਤਿਹਾਸ ਅੱਖਾਂ ਦੇ ਸਾਹਮਣੇ ਆਉਂਦਾ ਹੈ। ਅਤੇ ਜਦੋਂ ਘਰੇ ਆਏ, ਮਾਤਾ ਜੀ ਨੂੰ ਪਤਾ ਲੱਗਾ, ਮਾਤਾ ਗੁਜਰੀ ਜੀ ਨੂੰ, ਲਾਲ ਜੀ ਕੀ ਬਚਨ ਕਰਕੇ ਆਏ ਹੋ? ਰਾਣੀ ਨੂੰ ਮਾਂ ਕਹਿ ਕੇ ਆਏ। ਪੁੱਤ ਇੱਕ ਤੇ ਮਾਵਾਂ ਦੋ। ਸਤਿਗੁਰੂ ਮੁਸਕਰਾ ਕੇ ਕਹਿੰਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਹਾਂ, ਜਿਵੇਂ ਅੱਖਾਂ ਦੋ ਤੇ ਨਜ਼ਰ ਇੱਕ। ਮਹਾਰਾਜ ਨੇ ਰਾਣੀ ਦੀ ਭਾਵਨਾ ਪੂਰੀ ਕੀਤੀ ਸੀ, ਕਲਗੀਧਰ ਸੁਆਮੀ ਜੀ ਨੇ। ਸੋ ਭਾਈ ਸਾਹਿਬ ਨੇ ਇੱਥੇ ਉਦਾਹਰਣ ਦਿੱਤੀ ਹੈ ਵੀ ਅੱਖਾਂ ਦੋ ਤੇ ਨਜ਼ਰ ਇੱਕੋ ਹੀ ਇੱਕ ਪਾਸੇ ਵੇਖਦੀਆਂ ਨੇ, ਕੰਨ ਦੋ ਇੱਕੋ ਆਵਾਜ਼ ਨੂੰ ਸੁਣਦੇ ਹੈ, ਨਦੀ ਦੇ ਕੰਢੇ ਦੋ ਤੇ ਨਦੀ ਵਿੱਚ ਇੱਕ ਹੀ ਵਹਿੰਦੀ ਹੁੰਦੀ ਹੈ। ਇਸੇ ਤਰ੍ਹਾਂ ਗੁਰੂ ਅਤੇ ਚੇਲਾ ਮੂਰਤਾਂ ਦੋ ਹਨ, ਜੋਤ ਇੱਕ ਹੈ, ਇੱਕੋ ਹੀ ਜੋਤ ਹੈ, ਉਹੀ ਸਿਧਾਂਤ ਹੈ। ਸੋ ਇੱਕੋ ਹੀ ਗੁਰੂ ਦਾ ਸ਼ਬਦ ਹੈ, ਉਹੀ ਸ਼ਬਦ ਗੁਰੂ ਦੇ ਹਿਰਦੇ ਵਿੱਚ ਵਸਦਾ ਹੈ ਅਤੇ ਉਹੀ ਸ਼ਬਦ ਸਿੱਖ ਦੇ ਚੇਲੇ ਦੇ ਹਿਰਦੇ ਵਿੱਚ ਵਸਦਾ ਹੈ। ਇਉਂ ਗੁਰੂ ਅਤੇ ਚੇਲਾ ਉਹ ਇੱਕੋ ਜਿਹੇ ਹਨ, ਇੱਕੋ ਹੀ ਰੂਪ ਹਨ। ਧੰਨ ਗੁਰੂ ਨਾਨਕ ਦੇਵ ਅਤੇ ਗੁਰੂ ਅੰਗਦ ਦੇਵ ਜੀ ਸਿਰਫ ਕਹਿਣ ਮਾਤਰ ਇਹ ਦੋ ਮੂਰਤਾਂ ਹਨ, ਪਰ ਅੰਤਰ ਆਤਮੇ ਜੋਤ ਉਹਨਾਂ ਦੀ ਇੱਕੋ ਹੀ ਹੈ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅੰਗਦ ਦੇਵ ਹਜ਼ੂਰ ਦੀ ਅਭੇਦਤਾ ਨੂੰ ਭਾਈ ਗੁਰਦਾਸ ਜੀ ਨੇ ਦਰਸਾਇਆ ਹੈ। ਹੁਣ ਇਸ ਤੋਂ ਅੱਗੇ 17ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੀਆਂ ਇਸ ਪੌੜੀ ਵਿੱਚ 6 ਪੰਗਤੀਆਂ ਹਨ। ਇਹਨਾਂ ਦੇ ਵਿੱਚ ਇਹ ਜਿਹੜੀਆਂ 6 ਤੁਕਾਂ ਹਨ, ਪਹਿਲੀਆਂ ਜਿਹੜੀਆਂ 2 ਤੁਕਾਂ ਹਨ ਉਹਦੇ ਵਿੱਚ ਗੁਰੂ ਬਾਰੇ ਦੱਸਿਆ ਵੀ ਗੁਰੂ ਦਾ ਕੰਮ ਕੀ ਹੈ। ਫਿਰ ਅਗਲੀਆਂ ਜਿਹੜੀਆਂ 3 ਪੌੜੀਆਂ ਨੇ ਉਹਦੇ ਵਿੱਚ ਸਿੱਖ ਦੇ ਕੰਮ ਦਾ ਜ਼ਿਕਰ ਕੀਤਾ ਵੀ ਸਿੱਖ ਕੀ ਕਰਦਾ ਹੈ। ਅਤੇ ਇਸ ਤੋਂ ਅੱਗੇ ਜਿਹੜੀ 1 ਪੌੜੀ ਹੈ ਨਾ 6ਵੀਂ, ਉਹਦੇ ਵਿੱਚ ਫਲ ਦੱਸਿਆ ਹੈ ਕਿ ਫਲ ਕੀ ਮਿਲਦਾ ਹੈ, ਗੁਰੂ ਅਤੇ ਚੇਲੇ ਦਾ ਕੰਮ ਕੀ ਹੁੰਦਾ, ਵਿਹਾਰ ਕੀ ਹੁੰਦਾ ਹੈ, ਉਹਦਾ ਜ਼ਿਕਰ ਕਰਦੇ ਨੇ। ਪਹਿਲੇ ਗੁਰ ਉਪਦੇਸ ਦੇ ਸਿੱਖ ਪੈਰੀ ਪਾਏ। ਭਾਈ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾਂ ਗੁਰੂ ਕੀ ਕਰਦਾ ਹੈ, ਗੁਰੂ ਉਪਦੇਸ਼ ਦਿੰਦਾ ਹੈ ਸਿੱਖ ਨੂੰ, ਸਿੱਖਿਆ ਦਿੰਦਾ ਹੈ। ਪਹਿਲੇ ਗੁਰ ਉਪਦੇਸ਼ ਦੇ ਸਿੱਖ ਪੈਰੀ ਪਾਏ, ਅਤੇ ਸਿੱਖ ਨੂੰ ਆਪਣੇ ਚਰਨੀ ਗੁਰੂ ਲਾਉਂਦਾ ਹੈ। ਗੁਰੂ ਮਿਹਰ ਕਰਦਾ ਹੈ, ਗੁਰੂ ਕਿਰਪਾ ਕਰਦਾ ਹੈ, ਸਿੱਖ ਨੂੰ ਆਪਣੇ ਚਰਨੀ ਲਾ ਕੇ ਅਤੇ ਸਿੱਖ ਨੂੰ ਸਿੱਖਿਆ ਦਿੰਦਾ ਹੈ। ਸਭ ਤੋਂ ਪਹਿਲਾਂ ਇਹ ਗੁਰੂ ਕੰਮ ਕਰਦਾ ਹੈ। ਸਾਧ ਸੰਗਤ ਕਰ ਧਰਮਸਾਲ, ਸਿੱਖ ਸੇਵਾ ਲਾਏ। ਫਿਰ ਦੂਜਾ ਕੰਮ ਗੁਰੂ ਕੀ ਕਰਦਾ ਹੈ, ਸਾਧ ਸੰਗਤ ਦੀ ਧਰਮਸਾਲ ਕਾਇਮ ਕਰਕੇ, ਧਰਮਸ਼ਾਲਾ ਸਾਧ ਸੰਗਤ ਦੇ ਮੇਲ ਮਿਲਾਪ ਵਾਸਤੇ ਗੁਰੂ ਬਣਾਉਂਦਾ ਹੈ, ਕਾਇਮ ਕਰਦਾ ਹੈ। ਸਿੱਖ ਸੇਵਾ ਲਾਏ, ਅਤੇ ਸਿੱਖ ਨੂੰ ਸਾਧ ਸੰਗਤ ਦੀ ਸੇਵਾ ਦੇ ਵਿੱਚ ਗੁਰੂ ਲਾਉਂਦਾ ਹੈ। ਗੁਰੂ ਦੱਸਦਾ ਹੈ ਵੀ ਧਰਮਸ਼ਾਲਾ ਵਿੱਚ ਆਇਆ ਕਰ। ਧਰਮਸਾਲ ਤੋਂ ਭਾਵ
ਅੱਜ ਦੇ ਸ਼ਬਦਾਂ 'ਚ ਆਪਾਂ ਕਹਾਂਗੇ ਗੁਰਦੁਆਰਾ। ਗੁਰਦੁਆਰਾ ਸਾਹਿਬ ਆਇਆ ਕਰ ਅਤੇ ਸਾਧ ਸੰਗਤ ਦੀ ਸੇਵਾ ਕਰਿਆ ਕਰ। ਸੰਗਤ ਦੀ ਸੇਵਾ ਵੱਡੀ ਸੇਵਾ ਹੈ, ਮਹਾਨ ਸੇਵਾ ਹੈ। ਗੁਰੂ ਘਰ ਦੇ ਵਿੱਚ ਸੇਵਾ ਕਰਨੀ, ਤੱਪੜ ਝਾੜਨੇ, ਝਾੜੂ ਲਾਉਣਾ, ਲੰਗਰ ਵਰਤਾਉਣਾ, ਲੰਗਰ ਤਿਆਰ ਕਰਨਾ। ਸੋ ਇਸ ਤਰ੍ਹਾਂ ਸੰਗਤ ਦੀ ਜਿਹੜੀ ਸੇਵਾ ਹੈ, ਇਹ ਸਿੱਖ ਨੂੰ ਮਹਾਰਾਜ ਸੰਗਤ ਦੀ ਸੇਵਾ ਵਿੱਚ ਲਾਉਂਦੇ ਹੈ। ਸੋ ਇਹ ਪਹਿਲੀਆਂ ਦੋ ਤੁਕਾਂ ਵਿੱਚ ਗੁਰੂ ਦੇ ਕੰਮ ਦਾ ਜ਼ਿਕਰ ਹੈ। ਗੁਰੂ ਚਰਨੀ ਪਾ ਕੇ ਉਪਦੇਸ਼ ਦਿੰਦਾ ਹੈ ਅਤੇ ਦੂਜਾ ਧਰਮਸ਼ਾਲ ਸਾਧ ਸੰਗਤ ਦੇ ਮੇਲ ਮਿਲਾਪ ਲਈ ਕਾਇਮ ਕਰਕੇ ਸਿੱਖ ਨੂੰ ਸੇਵਾ ਵਿੱਚ ਲਾ ਦਿੰਦਾ ਹੈ। ਸੇਵਾ ਕਰਦਿਆਂ ਮਨ ਵਿੱਚ ਨਿਮਰਤਾ ਆਉਂਦੀ ਹੈ, ਹਉਮੈ ਦੂਰ ਹੁੰਦੀ ਹੈ। ਗੁਰੂ ਪ੍ਰਤੀ, ਸੰਗਤ ਦੇ ਪ੍ਰਤੀ ਮਨ ਦੇ ਵਿੱਚ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ। ਅਤੇ ਸਿੱਖ ਕੀ ਕਰਦਾ ਹੈ, ਤੀਜੀ ਤੁਕ ਵਿੱਚ ਦੱਸਦੇ ਨੇ, ਭਾਏ ਭਗਤ ਭੈ ਸੇਵਦੇ ਗੁਰਪੁਰਬ ਕਰਾਏ। ਸਿੱਖ ਇਹ ਕਰਦਾ ਹੈ ਭਾਏ ਭਗਤ, ਪ੍ਰੇਮਾ ਭਗਤੀ ਕਰਦਾ ਹੈ, ਭੈ ਸੇਵਦੇ, ਅਤੇ ਗੁਰੂ ਦੇ ਭੈ ਵਿੱਚ ਰਹਿ ਕੇ ਗੁਰੂ ਦੀ ਅਤੇ ਸੰਗਤ ਦੀ ਸੇਵਾ ਕਰਦਾ ਹੈ। ਸਿੱਖ ਪ੍ਰੇਮਾ ਭਗਤੀ ਕਰਦੇ ਹੋਏ ਗੁਰੂ ਅਤੇ ਸਾਧ ਸੰਗਤ ਦੀ ਸੇਵਾ ਕਰਦੇ ਹੈ। ਗੁਰਪੁਰਬ ਕਰਾਏ, ਅਤੇ ਗੁਰਪੁਰਬ ਮਨਾਉਂਦੇ ਹੈ ਸਿੱਖ ਭਾਵਨਾ ਦੇ ਨਾਲ। ਜਦ ਵੀ ਗੁਰਪੁਰਬ ਆਉਂਦਾ ਹੈ, ਸਿੱਖ ਦੇ ਅੰਦਰ ਭਾਵਨਾ ਹੁੰਦੀ, ਮੈਂ ਆਪਣੇ ਗੁਰੂ ਦੀਆਂ ਵਡਿਆਈਆਂ ਕਰਾਂ, ਗੁਰੂ ਦੀਆਂ ਸਿੱਖਿਆਵਾਂ ਉਹਨਾਂ ਨੂੰ ਜੀਵਨ ਵਿੱਚ ਧਾਰਨ ਕਰਾਂ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਵਾਂ। ਸੋ ਭਾਵਨਾ ਦੇ ਨਾਲ ਸਿੱਖ ਗੁਰਪੁਰਬ ਮਨਾਉਂਦੇ ਹੈ। ਸ਼ਬਦ ਸੁਰਤ ਲਿਵ ਕੀਰਤਨ ਸੱਚ ਮੇਲ ਮਿਲਾਏ। ਸ਼ਬਦ ਨੂੰ, ਸੁਰਤ ਦਾ ਭਾਵ ਧਿਆਨ ਦੇ ਵਿੱਚ ਰੱਖ ਕੇ, ਗੁਰੂ ਦੇ ਸ਼ਬਦ ਨੂੰ ਧਿਆਨ ਵਿੱਚ ਰੱਖ ਕੇ ਕੀਰਤਨ ਦੇ ਨਾਲ ਗੁਰੂ ਕਾ ਸਿੱਖ ਲਿਵ ਜੋੜਦਾ ਹੈ। ਸੱਚ ਮੇਲ ਮਿਲਾਏ, ਅਤੇ ਸੱਚ ਦੇ ਮੇਲ ਦੇ ਵਿੱਚ ਮਿਲਦਾ ਹੈ। ਸੇਵਾ ਕਰਦਾ ਸੰਗਤ ਦੀ, ਅਤੇ ਫਿਰ ਸ਼ਬਦ ਦੇ ਵਿੱਚ ਧਿਆਨ ਦਿੰਦਾ ਹੈ। ਸੁਰਤ ਜੋੜ ਲੈਂਦਾ ਗੁਰੂ ਦੇ ਸ਼ਬਦ ਦੇ ਵਿੱਚ, ਕੀਰਤਨ ਦੇ ਵਿੱਚ ਲਿਵ ਲਾਉਂਦਾ ਹੈ। ਇਸ ਤਰ੍ਹਾਂ ਸੱਚ ਮੇਲ ਮਿਲਾਏ, ਸੱਚ ਦੇ ਮੇਲ ਦੇ ਵਿੱਚ ਆਪਣੇ ਆਪ ਨੂੰ ਗੁਰੂ ਦਾ ਸਿੱਖ ਮਿਲਾ ਲੈਂਦਾ ਹੈ। ਗੁਰਮੁਖ ਮਾਰਗ ਸੱਚ ਦਾ ਸੱਚ ਪਾਰ ਲੰਘਾਏ। ਤੀਜਾ ਕੰਮ ਕੀ ਸਿੱਖ ਕਰਦਾ ਹੈ, ਸੱਚ ਦੇ ਮਾਰਗ 'ਤੇ ਹੀ ਚੱਲਦਾ ਹੈ। ਗੁਰਮੁਖ ਮਾਰਗ ਸੱਚ ਦਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਮੁਖਾਂ ਦਾ ਜਿਹੜਾ ਮਾਰਗ ਹੈ, ਇਹ ਸੱਚਾ ਮਾਰਗ ਹੈ। ਸੱਚ ਦੇ ਆਸਰੇ ਗੁਰਮੁਖ ਚੱਲਦੇ ਹੈ, ਸੱਚੇ ਗੁਰੂ ਦੀ ਸ਼ਰਨ ਵਿੱਚ ਪੈਂਦੇ ਹੈ, ਸੱਚਾ ਪ੍ਰਭੂ ਦਾ ਨਾਮ ਜਪਦੇ ਹੈ, ਸੱਚ ਦੇ ਆਸਰੇ ਆਪਣਾ ਜੀਵਨ ਬਤੀਤ ਕਰਦੇ ਹੈ। ਸੱਚ ਨੂੰ ਕਦੇ ਵੀ ਨਹੀਂ ਛੱਡਦੇ, ਝੂਠ ਨਹੀਂ ਬੋਲਦੇ। ਗੁਰਮੁਖ ਮਾਰਗ ਸੱਚ ਦਾ, ਗੁਰਮੁਖਾਂ ਦਾ ਮਾਰਗ ਇਹ ਸੱਚ ਦਾ ਮਾਰਗ ਹੈ। ਸੱਚ ਪਾਰ ਲੰਘਾਏ, ਅਤੇ ਇਹ ਸੱਚਾ ਮਾਰਗ ਹੀ ਗੁਰੂ ਕੇ ਸਿੱਖ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ। ਜਿਹੜਾ ਸੱਚ ਦਾ ਪੱਲਾ ਫੜ ਲੈਂਦਾ ਹੈ, ਉਹ ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਸੱਚ ਮਿਲੈ ਸਚਿਆਰ ਨੂੰ ਮਿਲ ਆਪ ਗਵਾਏ। ਅਤੇ ਜਿਹੜਾ ਗੁਰੂ ਦੀ ਸਿੱਖਿਆ ਨੂੰ ਕਮਾ ਕੇ ਸਚਿਆਰ ਬਣ ਗਿਆ, ਭਾਈ ਗੁਰਦਾਸ ਜੀ ਕਹਿੰਦੇ ਉਹਨੂੰ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਮਿਲ ਆਪ ਗਵਾਏ, ਅਤੇ ਸੱਚੇ ਵਾਹਿਗੁਰੂ ਨੂੰ ਉਹ ਮਿਲ ਜਾਂਦੇ ਹੈ। ਸੱਚ ਨੂੰ ਮਿਲ ਕੇ ਉਹ ਆਪਣਾ ਭਾਵ, ਆਪਾ ਭਾਵ ਗਵਾ ਲੈਂਦੇ ਹੈ। ਫਿਰ ਉਹਨਾਂ ਦੇ ਵਿੱਚ ਥੋੜ੍ਹੀ ਜਿੰਨੀ ਵੀ ਹਉਮੈ ਨਹੀਂ ਰਹਿੰਦੀ, ਬਿਲਕੁਲ ਮੈਂ ਮੇਰੀ ਨਹੀਂ ਰਹਿੰਦੀ, ਸਾਰੀ ਮੈਂ ਮੇਰੀ ਉਹਨਾਂ ਦੀ ਮੁੱਕ ਜਾਂਦੀ ਹੈ। ਸੋ ਇਸ ਤਰ੍ਹਾਂ ਸਿੱਖ ਜਿਹੜਾ ਨਾ, ਉਹ ਆਪਣੇ ਜੀਵਨ ਦੇ ਵਿੱਚ ਵਿਹਾਰ ਕਰਦਾ ਹੈ। ਇਸ ਤੋਂ ਅਗਲੀ 18ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਜੋ ਚਰਨ ਹਨ, ਇਹਨਾਂ ਤੋਂ ਨਿਮਰਤਾ ਦੀ ਸਿੱਖਿਆ, ਨਿਮਰਤਾ ਦਾ ਉਪਦੇਸ਼ ਦਿੱਤਾ ਹੈ ਕਿ ਵੇਖੋ, ਇਸ ਤਰ੍ਹਾਂ ਨਿਮਰਤਾ ਧਾਰਨ ਵਾਲਾ ਸਤਿਕਾਰ ਪਾਉਂਦਾ ਹੈ।
ਲੋਕ ਪਰਲੋਕ ਦੇ ਵਿੱਚ ਉਹ ਵਡਿਆਈ ਹਾਸਲ ਕਰਦਾ ਹੈ। ਭਾਈ ਸਾਹਿਬ ਜੀ ਫਰਮਾਉਂਦੇ ਹੈ, ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਂਦੇ। ਭਾਈ ਗੁਰਦਾਸ ਜੀ ਕਹਿੰਦੇ ਵੇਖੋ ਜਿਹੜਾ ਸਿਰ ਹੈ ਇਹ ਉੱਚਾ ਹੈ, ਸਿਰ ਉੱਚਾ ਹੈ ਤੇ ਪੈਰ ਜਿਹੜੇ ਹੈ ਉਹ ਸਭ ਤੋਂ ਨੀਵੇਂ ਹਨ। ਮਨੁੱਖੀ ਸਰੀਰ ਦੀ ਬਣਤਰ ਸਿਰ ਉੱਚਾ ਹੈ, ਪਰਮਾਤਮਾ ਨੇ ਸਭ ਤੋਂ ਉੱਤੇ ਲਾਇਆ, ਤੇ ਪੈਰ ਸਭ ਤੋਂ ਨੀਵੇਂ ਹਨ। ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀਂ ਪਾਂਦੇ। ਪਰ ਜਿਹੜਾ ਉੱਚਾ ਸਿਰ ਹੈ ਉਹ ਪੈਰਾਂ ਦੇ ਉੱਤੇ ਪੈਂਦਾ ਹੈ, ਪੈਰਾਂ ਦੇ ਉੱਤੇ ਝੁਕਦਾ ਹੈ। ਭਾਵੇਂ ਸਿਰ ਉੱਚਾ ਹੈ ਪਰ ਝੁਕਦਾ ਕਿੱਥੇ ਹੈ? ਪੈਰਾਂ ਦੇ ਉੱਤੇ, ਚਰਨਾਂ ਦੇ ਉੱਤੇ। ਮੋਹ ਅੱਖੀ ਨੱਕ ਕੰਨ ਹੱਥ, ਦੇਹ ਭਾਰ ਉਚਾਂਦੇ। ਹੋਰ ਜਿੰਨੇ ਵੀ ਸਰੀਰ ਦੇ ਅੰਗ ਹਨ, ਮੂੰਹ, ਅੱਖਾਂ, ਨੱਕ, ਕੰਨ, ਹੱਥ, ਦੇਹ ਭਾਰ ਉਚਾਂਦੇ। ਤੇ ਇਹ ਦੇਹ, ਇਹ ਸਾਡਾ ਸਾਰਾ ਸਰੀਰ, ਸੋ ਸਾਰੇ ਸਰੀਰ ਦਾ ਭਾਰ ਪੈਰ ਚੁੱਕਦੇ ਹੈ। ਪੈਰ ਸਾਰੇ ਸਰੀਰ ਦਾ, ਸਾਰੀ ਦੇਹ ਦਾ ਭਾਰ ਚੁੱਕਦੇ ਹੈ। ਸਭ ਚਿਹਨ ਛੱਡ ਪੂਜੀਅਨ, ਕੌਣ ਕਰਮ ਕਮਾਂਦੇ। ਭਾਈ ਗੁਰਦਾਸ ਜੀ ਕਹਿੰਦੇ ਵੇਖੋ, ਪੈਰ ਭਾਵੇਂ ਰਹਿੰਦੇ ਨੀਵੇਂ ਹੈ, ਸਿਰ ਸਭ ਤੋਂ ਉੱਚਾ ਹੈ, ਸਰੀਰ ਦੇ ਹੋਰ ਵੀ ਅੰਗ ਹਨ, ਪਰ ਸਰੀਰ ਦੇ ਸਾਰੇ ਚਿੰਨ੍ਹਾਂ ਨੂੰ, ਅੰਗਾਂ ਨੂੰ ਛੱਡ ਕੇ ਸਭ ਚਿਹਨ ਛੱਡ ਪੂਜੀਅਨ, ਕਹਿੰਦੇ ਪੈਰਾਂ ਨੂੰ ਪੂਜਿਆ ਜਾਂਦਾ ਹੈ। ਭਾਵ ਜਦੋਂ ਕੋਈ ਕਿਸੇ ਦਾ ਬਹੁਤ ਸਤਿਕਾਰ ਮਾਣ ਤਾਣ ਕਰਦਾ, ਆਪ ਤੋਂ ਵਡੇਰੇ ਦਾ, ਉਹਦੇ ਚਰਨੀ ਹੱਥ ਲਾਉਂਦਾ ਹੈ, ਸਿਰ ਉਹਦੇ ਚਰਨਾਂ 'ਤੇ ਝੁਕਾਉਂਦਾ ਹੈ। ਸਭ ਚਿਹਨ ਛੱਡ ਪੂਜੀਅਨ, ਕੌਣ ਕਰਮ ਕਮਾਏ ਕਮਾਂਦੇ। ਸਾਰੇ ਚਿੰਨ੍ਹ ਛੱਡ ਕੇ, ਸਾਰੇ ਅੰਗ ਛੱਡ ਕੇ, ਇਹ ਜਿਹੜੀ ਪੈਰ ਨੇ ਇਹਨਾਂ ਨੂੰ ਪੂਜਿਆ ਜਾਂਦਾ ਹੈ। ਭਾਈ ਸਾਹਿਬ ਜੀ ਸਵਾਲ ਕਰਦੇ, ਕਹਿੰਦੇ ਦੱਸੋ ਕੌਣ ਕਰਮ ਕਮਾਂਦੇ? ਇਹ ਪੈਰ ਜਿਹੜੇ ਹੈ ਕਿਹੜਾ ਇਹੋ ਜਿਹਾ ਕਰਮ ਕਰਦੇ ਹੈ, ਕਿਹੜੀ ਸਾਧਨਾ ਕਰਦੇ ਹੈ ਕਿ ਪੈਰਾਂ ਨੂੰ ਪੂਜਿਆ ਜਾਂਦਾ ਹੈ? ਸਿਰ ਨੂੰ ਪੂਜ ਲੈਂਦੇ, ਹੱਥਾਂ ਨੂੰ ਪੂਜ ਲਿਆ ਜਾਂਦਾ, ਬਾਹਾਂ ਨੂੰ ਪੂਜ ਲਿਆ ਜਾਂਦਾ, ਪਰ ਨਹੀਂ, ਪੈਰਾਂ ਨੂੰ ਪੂਜਿਆ ਜਾਂਦਾ ਹੈ। ਕਰਮ ਕੀ ਕਰਦੇ ਹੈ? ਉਹ ਅਗਲੀ ਤੁਕ ਵਿੱਚ ਭਾਈ ਸਾਹਿਬ ਜੀ ਦੱਸਦੇ ਆ ਕਿਉਂ ਪੈਰਾਂ ਦਾ ਸਤਿਕਾਰ ਹੈ। ਗੁਰ ਸਰਣੀ ਸਾਧ ਸੰਗਤੀ, ਨਿਤ ਚੱਲ ਚੱਲ ਜਾਂਦੇ। ਭਾਈ ਸਾਹਿਬ ਜੀ ਕਹਿੰਦੇ ਵੇਖੋ, ਗੁਰੂ ਕੇ ਸਿੱਖ, ਉਹਨਾਂ ਦਾ ਜਦੋਂ ਸਤਿਕਾਰ ਕੋਈ ਕਰਦਾ ਹੈ, ਉਹਨਾਂ ਦੇ ਪੈਰੀਂ ਪੈਂਦੇ ਆ ਲੋਕ, ਸੀਸ ਝੁਕਾਉਂਦੇ ਉਹਨਾਂ ਦੇ ਅੱਗੇ, ਕਿਉਂਕਿ ਗੁਰ ਸਰਣੀ ਸਾਧ ਸੰਗਤੀ, ਗੁਰੂ ਦੀ ਸ਼ਰਨ ਵਿੱਚ ਤੇ ਸਾਧ ਸੰਗਤ ਦੇ ਵਿੱਚ ਇਹ ਚਰਨ ਨਿਤ ਚੱਲ ਚੱਲ ਜਾਂਦੇ, ਨਿਤ ਹੀ ਹਰ ਰੋਜ਼ ਚੱਲ ਚੱਲ ਕੇ ਜਾਂਦੇ ਹੈ। ਇਹ ਜਿਹੜੇ ਚਰਨ ਨੇ ਇਹ ਚੱਲ ਕੇ ਸਾਧ ਸੰਗਤ ਵਿੱਚ ਜਾਂਦੇ ਹੈ। ਉਹਨਾਂ ਚਰਨਾਂ ਨੂੰ ਪੂਜਿਆ ਜਾਂਦਾ ਹੈ, ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਤਾਂ ਸਰੀਰ ਦੇ ਅੰਗ ਛੱਡ ਕੇ ਉਹਨਾਂ ਚਰਨਾਂ ਨੂੰ, ਉਹਨਾਂ ਦੇ ਉੱਤੇ ਸੀਸ ਝੁਕਾਇਆ ਜਾਂਦਾ ਹੈ। ਹੋਰ ਕੀ ਕਰਦੇ ਨੇ? ਵਤਨ ਪਰ ਉਪਕਾਰਨੋ, ਕਰ ਪਾਰ ਵਸਾਂਦੇ। ਤੇ ਇਹ ਜਿਹੜੇ ਸਿੱਖ ਦੇ ਚਰਨ ਹਨ, ਇਹ ਪਰ ਉਪਕਾਰ ਵਾਸਤੇ ਪੈਂਡਾ ਤੈਅ ਕਰਦੇ ਹੈ, ਪਰ ਉਪਕਾਰ ਲਈ ਚੱਲਦੇ ਹੈ, ਕਰ ਪਾਰ ਵਸਾਂਦੇ। ਤੇ ਜਿੱਥੋਂ ਤੱਕ ਵਸ ਚੱਲੇ, ਇਹ ਕੰਮ ਪੂਰਾ ਕਰਕੇ ਹੀ ਪਿੱਛੇ ਮੁੜਦੇ ਆ, ਉੱਦਾਂ ਪਿੱਛੇ ਨਹੀਂ ਮੁੜਦੇ। ਕੋਈ ਪਰਉਪਕਾਰ ਕਰ ਰਿਹਾ, ਕੋਈ ਸੇਵਾ ਕਰ ਰਿਹਾ, ਕੋਈ ਕਿਸੇ ਨੂੰ ਰੋਟੀ ਖਵਾ ਰਿਹਾ ਹੈ, ਸੋ ਕੋਈ ਕਿਸੇ ਦੇ ਕਾਰਜ ਕਰ ਰਿਹਾ ਹੈ। ਸੋ ਇਸ ਤਰ੍ਹਾਂ ਜਿੱਥੋਂ ਤੱਕ ਵਸ ਚੱਲੇ ਪੂਰੀ ਵਾਹ ਲਾ ਦਿੰਦੇ ਹੈ ਗੁਰੂ ਕੇ ਸਿੱਖ। ਸੋ ਇਹ ਜਿਹੜੇ ਪੈਰ ਹਨ, ਚਰਨ ਹਨ, ਪਰਉਪਕਾਰ ਲਈ ਪੈਂਡਾ ਤੈਅ ਕਰਦੇ ਹੈ, ਸਾਧ ਸੰਗਤ ਵਿੱਚ ਚੱਲ ਕੇ ਜਾਂਦੇ ਹੈ,
ਗੁਰੂ ਦੀ ਸ਼ਰਨ ਵਿੱਚ ਜਾਂਦੇ ਹੈ। ਇਸ ਲਈ ਗੁਰਸਿੱਖਾਂ ਦੇ ਚਰਨਾਂ ਨੂੰ ਪੂਜਿਆ ਜਾਂਦਾ ਹੈ, ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਢਾਉਂਦੇ। ਭਾਈ ਗੁਰਦਾਸ ਜੀ ਨੂੰ ਪੁੱਛੀਏ, ਭਾਈ ਗੁਰਦਾਸ ਸਾਹਿਬ ਜੀ, ਇਹੋ ਜਿਹੇ ਪਰਉਪਕਾਰੀ ਚਰਨ ਜੋ ਸਦਾ ਹੀ ਗੁਰੂ ਦੀ ਸੰਗਤ ਵਿੱਚ ਚੱਲ ਕੇ ਜਾਂਦੇ ਹੈ, ਪਰਉਪਕਾਰ ਲਈ ਪੈਂਡਾ ਤੈਅ ਕਰਦੇ ਹੈ, ਤੁਹਾਡੇ ਮਨ ਵਿੱਚ ਕੀ ਭਾਵਨਾ ਹੈ? ਐਸੇ ਗੁਰਸਿੱਖ ਪਰਉਪਕਾਰ ਲਈ ਪੈਂਡਾ ਤੈਅ ਕਰਦੇ ਹੈ, ਰੋਜ਼ ਸੰਗਤ ਵਿੱਚ ਚੱਲ ਕੇ ਜਾਂਦੇ ਹੈ, ਤੁਹਾਡੀ ਭਾਵਨਾ ਕੀ ਹੈ ਉਹਨਾਂ ਦੇ ਪ੍ਰਤੀ? ਤੇ ਧੰਨ ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਇੰਨੀ ਨਿਮਰਤਾ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਢਾਉਂਦੇ। ਭਾਈ ਗੁਰਦਾਸ ਜੀ ਕਹਿੰਦੇ, ਮੇਰੇ ਮਨ ਦੇ ਵਿੱਚ ਇਹ ਭਾਵਨਾ ਹੈ, ਜਿਹੜੇ ਸਿੱਖ ਨਿਤਾ ਪ੍ਰਤੀ ਚਰਨਾਂ ਦੇ ਨਾਲ ਚੱਲ ਕੇ ਸੰਗਤ ਵਿੱਚ ਜਾਂਦੇ ਹੈ, ਮੇਰੇ ਤਨ ਦੀ ਜਿਹੜੀ ਖੱਲ ਹੈ, ਚਮੜੀ ਹੈ, ਮੇਰੇ ਤਨ ਦੇ ਚੰਮ ਦੇ ਜੋੜੇ ਬਣਨ ਤੇ ਗੁਰਸਿੱਖ ਹੰਢਾਉਂਦੇ, ਗੁਰੂ ਕੇ ਸਿੱਖ ਉਹਨਾਂ ਜੋੜਿਆਂ ਨੂੰ ਪੈਰਾਂ ਵਿੱਚ ਪਾ ਕੇ ਹੰਢਾਉਣਾ ਕਰਨ। ਇਹ ਮੇਰੇ ਮਨ ਦੀ ਭਾਵਨਾ ਹੈ। ਕਿੰਨੀ ਨਿਮਰਤਾ ਭਾਈ ਗੁਰਦਾਸ ਵਿੱਚ, ਤੇ ਕਿੰਨਾ ਸਤਿਕਾਰ ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਗੁਰਸਿੱਖਾਂ ਦੇ ਚਰਨਾਂ ਨੂੰ, ਜਿਹੜੇ ਸੰਗਤ ਵਿੱਚ ਨਿਤ ਚੱਲ ਕੇ ਜਾਂਦੇ। ਗੱਲ ਭਾਈ ਗੁਰਦਾਸ ਜੀ ਗੁਰਸਿੱਖ ਉਹਨਾਂ ਦੇ ਸਤਿਕਾਰ ਦੀ ਕਰਦੇ ਹੈ। ਇਉਂ ਤਾਂ ਲੋਕ ਪੈਰਾਂ ਨਾਲ ਚੱਲ ਕੇ ਸ਼ਰਾਬਖਾਨਿਆਂ ਵਿੱਚ ਵੀ ਜਾਂਦੇ ਹੈ, ਪਰ ਉਹਨਾਂ ਦਾ ਕੌਣ ਸਤਿਕਾਰ ਕਰਦਾ ਹੈ? ਧਰਮ ਦੀ ਦੁਨੀਆ ਵਿੱਚ ਕੋਈ ਉਹਨਾਂ ਦਾ ਸਤਿਕਾਰ ਨਹੀਂ, ਕਿਉਂਕਿ ਗੁਰੂ ਤੋਂ ਬੇਮੁਖ ਹੋਇਆ, ਗੁਰੂ ਦੇ ਉਪਦੇਸ਼ਾਂ ਨੂੰ ਨਹੀਂ ਕਮਾਉਂਦਾ ਪਿਆ। ਸੋ ਭਾਈ ਸਾਹਿਬ ਜੀ ਕਹਿੰਦੇ, ਮੇਰੇ ਚੰਮ ਦੇ ਜੋੜੇ ਬਣਨ ਤੇ ਉਹ ਜੋੜੇ ਗੁਰੂ ਕੇ ਸਿੱਖ ਆਪਣੇ ਚਰਨੀ ਪਾ ਕੇ ਹੰਢਾਉਣ, ਤੇ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ, ਧਨਤਾ ਵਾਲਾ ਸਮਝਾਂਗਾ। ਮਸਤਕ ਲੱਗੇ ਸਾਧ ਰੇਣ ਵਡ ਭਾਗ ਜਿਨ੍ਹਾਂ ਦੇ। ਭਾਈ ਗੁਰਦਾਸ ਜੀ ਕਹਿੰਦੇ, ਮੈਂ ਤਾਂ ਇਹ ਸੋਚਦਾ ਹਾਂ, ਪਰ ਮੈਂ ਤਾਂ ਕਰਮਹੀਣ ਹਾਂ, ਕਿਉਂਕਿ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮਸਤਕ ਲੱਗੇ ਸਾਧ ਰੇਣ, ਜਿਹੜੇ ਸਾਧੂ ਸਤਿਪੁਰਸ਼ ਨਾਮ ਰਸੀ ਹੈ ਨਾ, ਉਹਨਾਂ ਦੇ ਚਰਨਾਂ ਦੀ ਧੂੜ ਤਾਂ ਉਹਨਾਂ ਦੇ ਮਸਤਕ ਤੇ ਮੱਥੇ ਤੇ ਲੱਗਦੀ ਹੈ। ਵੱਡ ਭਾਗ ਜਿਨ੍ਹਾਂ ਦੇ, ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹੈ। ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਨਸੀਬ ਹੁੰਦੀ ਹੈ, ਉਹ ਮੱਥੇ ਤੇ ਮਸਤਕ ਤੇ ਲਾਉਂਦੇ ਹੈ। ਆਪਾਂ ਰੋਜ਼ ਸਤਿਗੁਰੂ ਦਾ ਇਹ ਬਚਨ ਪੜ੍ਹਦੇ ਹਾਂ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਹੇ ਪ੍ਰਭੂ, ਮੈਂ ਤੇਰਾ ਦਾਸ, ਤੇਰੇ ਦਰ ਤੋਂ ਇਹ ਮੰਗ ਕਰਦਾ ਹਾਂ, ਮੋਕੋ ਕਰ ਸੰਤਨ ਕੀ ਧੂਰੇ, ਮੈਨੂੰ ਸੰਤ ਜਨਾਂ ਦੀ ਚਰਨ ਧੂੜ ਮਿਲੇ, ਮੇਰੇ ਤੇ ਮਿਹਰ ਕਰ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਨਿਮਰਤਾ ਨੂੰ ਧਾਰਨ ਕਰਨਾ, ਉਹਨਾਂ ਗੁਰਸਿੱਖਾਂ ਦੀ ਚਰਨ ਧੂੜੀ ਮਸਤਕ ਤੇ ਵਡਭਾਗੀ ਪੁਰਸ਼ਾਂ ਨੂੰ ਲਾਉਣ ਦਾ ਅਵਸਰ ਮਿਲਦਾ ਹੈ। ਮਹਾਰਾਜ ਦਾ ਬਚਨ ਜੈਤਸਰੀ ਰਾਗ ਦੇ ਵਿੱਚ ਅਸੀਂ ਪੜ੍ਹਦੇ ਹਾਂ, ਬਿਨ ਗੁਰ ਮੂੜ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ, ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ। ਕਹਿੰਦੇ ਜਿਹੜੇ ਮੋਹ ਮਾਇਆ ਵਿੱਚ ਫਸੇ ਹੋਏ ਹੈ ਨਾ, ਸਾਧੂ ਸਤਿਪੁਰਸ਼ਾਂ ਦੇ ਚਰਨਾਂ ਦੀ ਸੇਵਾ ਨਹੀਂ ਕਦੇ ਕੀਤੀ, ਕਦੇ ਗੁਰੂ ਚਰਨਾਂ ਦੀ ਸੇਵਾ ਨਹੀਂ ਕੀਤੀ, ਉਹਨਾਂ ਦਾ ਤਾਂ ਜਨਮ ਹੀ ਵਿਅਰਥ ਹੈ। ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਜਨਮਾਂ ਜਨਮਾਂਤਰਾਂ ਦੀ ਭੈੜੀ ਮੱਤ, ਮੈਲ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ। ਇਸ ਲਈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਗੁਰਸਿੱਖ ਉਹਨਾਂ ਦੇ ਚਰਨਾਂ ਦੇ ਉੱਤੇ ਮੈਂ ਨਮਸਕਾਰ ਕਰਦਾ ਹਾਂ, ਉਹਨਾਂ ਦੇ ਚਰਨਾਂ ਨੂੰ ਪੂਜਦਾ ਹਾਂ, ਅਤੇ ਮੇਰੀ ਭਾਵਨਾ ਹੈ
ਮੇਰੇ ਤਨ ਦਾ ਇਹ ਚੰਮ ਜੋੜੇ ਬਣਨ ਅਤੇ ਗੁਰਸਿੱਖ ਹੰਡਾਉਣ, ਅਤੇ ਐਸੀ ਤਾਂ ਕਿ ਜੋ ਮੇਰਾ ਜੀਵਨ ਸਫਲ ਹੋ ਜਾਵੇ, ਅਤੇ ਇਹ ਜਿਹੜਾ ਤਨ ਹੈ ਇਹ ਵੀ ਗੁਰਸਿੱਖਾਂ ਦੇ ਚਰਨਾਂ ਨਾਲ ਲੱਗ ਕੇ ਸਫਲਤਾ ਨੂੰ ਪ੍ਰਾਪਤ ਹੋਵੇ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਇੰਨੀ ਨਿਮਰਤਾ ਦਰਸਾਈ, ਆਪ ਦੇ ਵਿੱਚ ਅਤ ਨਿਮਰਤਾ ਸੀ, ਅਤੇ ਨਿਮਰਤਾ ਕਰਕੇ ਹੀ ਗੁਰੂ ਘਰ ਦੇ ਵਿੱਚ ਬੜਾ ਮਾਣ ਸਤਿਕਾਰ ਭਾਈ ਗੁਰਦਾਸ ਜੀ ਨੂੰ ਮਿਲਿਆ ਹੈ। ਸੋ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸੰਗਤ ਨੇ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂ ਵਾਸਤੇ ਸੁਮਤ ਬਖਸ਼ਣੀ ਜੀ। ਮੇਰੀ ਖੱਲੋਂ ਮੌਜੜੇ ਗੁਰ ਸਿੱਖ ਹੰਡਾਂਦੇ, ਮਸਤਕ ਲੱਗੇ ਸਾਧ ਰੇਣ, ਵਡਭਾਗ ਜਿਨ੍ਹਾਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।